ਸਤਿ ਸ੍ਰੀ ਅਕਾਲ ਬੱਚਿਓ। ਅੱਜ ਆਪਾਂ ਸ਼ਵਿੰਦਰ ਸਿੰਘ ਉੱਪਲ ਦੀ ਲਿਖੀ ਹੋਈ ਕਹਾਣੀ ਜਨਮ ਦਿਨ ਪੜਾਂਗੇ ਤੇ ਸਮਝਾਂਗੇ ਕਿ ਇਸ ਕਹਾਣੀ ਵਿੱਚ ਕਹਾਣੀਕਾਰ ਕੀ ਕਹਿਣਾ ਚਾਹੁੰਦਾ ਹੈ। ਸ਼ਵਿੰਦਰ ਸਿੰਘ ਉੱਪਲ ਇੱਕ ਪ੍ਰਸਿੱਧ ਕਹਾਣੀਕਾਰ ਹੈ। ਉਹਨੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਲਿਖੇ। ਜਨਮ ਦਿਨ ਕਹਾਣੀ ਉਸਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਭਰਾਵਾਂ ਦੇ ਵਿੱਚੋਂ ਲਈ ਗਈ ਹੈ ਤੇ ਤੁਹਾਡੇ ਸਿਲੇਬਸ 'ਚ ਸ਼ਾਮਿਲ ਕੀਤੀ ਗਈ ਹੈ। ਇਹ ਕਹਾਣੀ ਇੱਕ ਗਰੀਬ ਆਦਮੀ ਦੀ ਕਹਾਣੀ ਹੈ। ਇਹ ਜੁਗਲ ਪ੍ਰਸਾਦ ਇੱਕ ਵਿਅਕਤੀ ਹੈ ਜਿਹੜਾ ਦਫ਼ਤਰ ਦੇ ਵਿੱਚ ਕੰਮ ਕਰਦਾ ਹੈ। ਉਹ ਕੋਈ ਬਹੁਤਾ ਅਮੀਰ ਨਹੀਂ, ਥੋੜੀ ਉਹਦੀ ਤਨਖਾਹ ਹੈ। 5 ਬੱਚੇ ਹੈ ਉਸਦੇ, ਇੱਕ ਪਤਨੀ ਹੈ। ਇਸ ਤਰ੍ਹਾਂ ਉਹ 7 ਜਾਣੇ ਪਰਿਵਾਰ ਦੇ ਵਿੱਚ ਹੈਗੇ ਆ। ਉਹਦੀ ਬੜੀ ਦੇਰ ਦੀ ਇਹ ਮਨ ਦੀ ਇੱਛਾ ਸੀ ਕਿ ਮੈਂ ਘੱਟੋ ਘੱਟ ਆਪਣਾ ਇੱਕ ਬੱਚਾ ਹੈ ਜਿਹੜਾ ਉਸਨੂੰ ਨਿੱਜੀ ਸਕੂਲ, ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਵਾਂ। ਉਹਨੂੰ ਪ੍ਰਾਈਵੇਟ ਸਕੂਲ ਵਿੱਚ ਜਾਂਦੇ ਬੱਚੇ ਬੜੇ ਹੀ ਚੰਗੇ ਲੱਗਦੇ ਸੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਉਹ ਬੱਚੇ ਸਾਫ਼ ਸੁਥਰੇ ਐ, ਹੱਸਦੇ ਖੇਡਦੇ ਸਕੂਲ ਨੂੰ ਜਾਂਦੇ ਐ। ਉਹ ਦਫ਼ਤਰ ਜਾਂਦਾ ਤਾਂ ਰਾਹ ਵਿੱਚ ਦੇਖਦਾ ਰਹਿੰਦਾ ਕਿ ਉਹ ਇੱਕ ਦੂਸਰੇ ਨਾਲ ਬੜੀ ਪਿਆਰ ਨਾਲ ਗੱਲਾਂ ਕਰਦੇ ਐ, ਕੋਈ ਗਾਲ ਨਹੀਂ ਕੱਢਦੇ। ਉਹਨਾਂ ਦੀ ਸ਼ਖਸੀਅਤ ਹੈ ਜਿਹੜੀ ਉਸਨੂੰ ਪ੍ਰਫੁੱਲਤ ਹੋਣ ਦੇ ਨਿੱਜੀ ਸਕੂਲਾਂ ਦੇ ਵਿੱਚ ਬੜੇ ਮੌਕੇ ਮਿਲਦੇ ਐ। ਇਹ ਉਹਦੀ ਸੋਚ ਸੀ। ਹੁਣ ਕਹਾਣੀ ਦੇ ਸ਼ੁਰੂ 'ਚ ਅਸੀਂ ਦੇਖਦੇ ਹਾਂ ਕਿ ਜੁਗਲ ਪ੍ਰਸਾਦ ਹੈ ਜਿਹੜਾ, ਉਸਦੀ ਤਨਖਾਹ ਵੱਧਦੀ ਹੈ 5 ਰੁਪਏ। ਹੁਣ ਬੇਟਾ ਇਹ ਕਹਾਣੀ ਹੈ ਜਿਹੜੀ ਉਹ ਕਾਫੀ ਸਮਾਂ ਪਹਿਲਾਂ ਲਿਖੀ ਗਈ ਹੈ, ਤਾਂ ਉਦੋਂ 5 ਰੁਪਏ ਦੀ ਵੀ ਬੜੀ ਕੀਮਤ ਸੀ। ਹੁਣ ਉਹ 5 ਰੁਪਏ ਜਦੋਂ ਤਨਖਾਹ ਵੱਧ ਗਈ ਤਾਂ ਉਹ ਸੋਚਦਾ ਹੈ ਕਿ ਮੈਂ ਇਹਨਾਂ ਜਿਹੜੇ ਤਨਖਾਹ ਵਧੀ ਹੈ, ਇਹਨਾਂ ਪੈਸਿਆਂ ਦੇ ਨਾਲ ਆਪਣੇ ਪੁੱਤਰ, ਸਭ ਤੋਂ ਛੋਟੇ ਪੁੱਤਰ ਜੋਤੀ ਨੂੰ ਨਿੱਜੀ ਸਕੂਲ ਦੇ ਵਿੱਚ ਦਾਖਲਾ ਜਿਹੜਾ ਉਹ ਦਵਾ ਕੇ ਪੜ੍ਹਾਊਂਗਾ। ਉਹ ਆਪਣੀ ਪਤਨੀ ਨਾਲ ਇਹ ਗੱਲ ਸਾਂਝੀ ਕਰਦਾ। ਉਹਦੀ ਪਤਨੀ ਦਾ ਨਾਂ ਦੇਵਕੀ ਹੈ। ਉਹਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ, ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ। ਜਿਹੜੀ ਤਨਖਾਹ 5 ਰੁਪਏ ਵਧੀ, ਉਹਦੇ ਲਈ ਉਹ ਬੜੀਆਂ ਹੀ ਆਸਾਂ ਲਾਈ ਬੈਠੀ ਹੈ ਕਿ ਇਹਨਾਂ ਪੈਸਿਆਂ ਨਾਲ ਮੈਂ ਆਹ ਚੀਜ਼ ਲਿਆਊਂ, ਮੈਂ ਘਰ ਦੀ ਆਹ ਲੋੜ ਪੂਰੀ ਕਰੂੰ। ਪਰ ਜੁਗਲ ਪ੍ਰਸਾਦ ਹੈ ਜਿਹੜਾ ਉਹ ਦ੍ਰਿੜ ਰਹਿੰਦਾ। ਉਹ ਕਹਿੰਦਾ ਨਹੀਂ, ਮੈਂ ਇਹ ਸਮਝ ਲਊਂਗਾ ਕਿ ਮੇਰੀ ਤਨਖਾਹ ਵਧੀ ਹੀ ਨਹੀਂ। ਇਸ ਲਈ ਉਹ ਬੜੀ ਦ੍ਰਿੜਤਾ ਨਾਲ ਆਪਣੀ ਪਤਨੀ ਨੂੰ ਮਨਾ ਲੈਂਦਾ ਹੈ ਕਿ ਆਪਾਂ ਆਪਦੇ ਬੱਚੇ ਨੂੰ ਨਿੱਜੀ ਸਕੂਲ 'ਚ ਹੀ ਪੜ੍ਹਾਵਾਂਗੇ। ਉਹਦੀ ਪਤਨੀ ਬਿਲਕੁਲ ਨਹੀਂ ਚਾਹੁੰਦੀ, ਪਰ ਫਿਰ ਵੀ ਉਹ ਆਪਣੇ ਪਤੀ ਦੇ ਨਾਲ ਸਹਿਮਤ ਹੋ ਜਾਂਦੀ ਹੈ। ਪਰ ਨਿੱਜੀ ਸਕੂਲਾਂ ਦੇ ਵਿੱਚ ਇਹ ਜਿਹੜੀ ਫੀਸ ਹੈ ਉਹਦੇ ਨਾਲ ਹੋਰ ਬਹੁਤ ਸਾਰੇ ਖਰਚੇ ਹੁੰਦੇ ਹੈ, ਤਾਂ ਦਾਖਲੇ ਵੇਲੇ ਉਹਨੂੰ 40 ਰੁਪਏ ਜਮ੍ਹਾਂ ਕਰਾਉਣੇ ਪੈਂਦੇ ਹੈ, ਜਿਹੜੇ ਉਹ ਇੱਧਰੋਂ ਉੱਧਰੋਂ ਮੰਗ ਤੰਗ ਕੇ ਖਰਚਿਆਂ ਦੇ ਰੂਪ ਦੇ ਵਿੱਚ ਸਕੂਲ ਵਿੱਚ ਜਮ੍ਹਾਂ ਕਰਵਾ ਦਿੰਦਾ। ਪਰ ਉਹ ਇਸ ਗੱਲ ਦੀ ਬਿਲਕੁਲ ਤਕਲੀਫ ਨਹੀਂ ਮੰਨਦਾ ਕਿ ਪੈਸੇ ਮੇਰੇ ਕੋਲ ਹੈ ਨਹੀਂ, ਪਰ ਪੈਸੇ ਹੈ ਜਿਹੜੇ ਮੈਂ ਇੱਧਰੋਂ ਉੱਧਰੋਂ ਲੈ ਕੇ ਫੇਰ ਜਮ੍ਹਾਂ ਕਰਵਾਉਣ ਲੱਗਿਆ। ਉਹ ਸੋਚਦਾ ਹੈ ਕਿ ਮੇਰਾ ਪੁੱਤਰ ਹੈ ਜਿਹੜਾ ਉਹ ਪੜ੍ਹ ਲਿਖ ਕੇ ਬਹੁਤ ਵੱਡਾ ਅਫਸਰ ਬਣੂਗਾ, ਉਹ ਬਹੁਤ ਹੀ ਲਾਇਕ ਨਿਕਲੂਗਾ। ਸਾਡੇ ਦੇਸ਼ ਨੂੰ ਇਸ ਤਰ੍ਹਾਂ ਦੇ ਅਫਸਰਾਂ ਦੀ ਬੜੀ ਲੋੜ ਹੈਗੀ ਹੈ। ਮਤਲਬ ਉਹ ਆਪਣੇ ਬੱਚੇ ਬਾਰੇ ਉਸ ਤਰ੍ਹਾਂ ਦੇ ਸੁਪਨੇ ਲੈਂਦਾ ਹੈ ਜਿਸ ਤਰ੍ਹਾਂ ਦੇ ਹਰ ਇੱਕ ਮਾਂ-ਬਾਪ ਆਪਣੇ ਬੱਚੇ ਵਾਸਤੇ ਲੈਂਦੇ ਹੀ ਹੈ। ਚਲੋ ਉਹ ਆਪਣੇ ਪੁੱਤਰ ਜੋਤੀ ਨੂੰ ਨਿੱਜੀ ਸਕੂਲ 'ਚ ਦਾਖਲ ਕਰਵਾ ਦਿੰਦਾ। ਜੋਤੀ ਹੈ ਜਿਹੜਾ ਉਹ ਬੜਾ ਹੁਸ਼ਿਆਰ ਨਿਕਲਦਾ। 1 ਮਹੀਨੇ ਪਿੱਛੋਂ ਹੀ ਪ੍ਰਿੰਸੀਪਲ ਦੀ ਰਿਪੋਰਟ ਹੈ ਜਿਹੜੀ ਉਹ ਘਰ 'ਚ ਆਉਂਦੀ ਹੈ ਕਿ ਜੋਤੀ ਨੇ ਬੜੇ ਵਧੀਆ ਨੰਬਰ ਲਏ ਹੈ। ਹੁਣ ਤਾਂ ਜੁਗਲ ਪ੍ਰਸਾਦ ਬਹੁਤ ਹੀ ਖੁਸ਼ ਹੁੰਦਾ ਹੈ। ਉਹ ਦਫ਼ਤਰ ਦੇ ਵਿੱਚ ਵੀ ਆਪਣੇ ਪੁੱਤਰ ਜੋਤੀ ਦੀ ਤਾਰੀਫ ਕਰਦਾ ਹੈ, ਆਪਦੀ ਪਤਨੀ ਨਾਲ ਵੀ ਗੱਲ ਕਰਦਾ ਹੈ, ਆਪਦੇ ਦੂਸਰੇ ਬੱਚਿਆਂ ਨੂੰ ਵੀ ਉਹ ਇਹੀ ਸਲਾਹ ਦਿੰਦਾ ਹੈ ਕਿ ਤੁਸੀਂ ਵੀ ਜੋਤੀ ਦੀ ਰੀਸ ਕਰੋ, ਉਹਦੇ ਵਾਂਗੂ ਲਾਇਕ ਬਣੋ। ਇਸੇ ਤਰ੍ਹਾਂ ਬੇਟਾ 6 ਮਹੀਨੇ ਨਿਕਲ ਜਾਂਦੇ ਹੈ। ਤਾਂ 6 ਮਹੀਨੇ ਬਾਅਦ ਇੱਕ ਚਿੱਠੀ ਹੈ ਜਿਹੜੀ ਸਕੂਲ ਤੋਂ ਆਉਂਦੀ ਹੈ ਘਰ, ਜਿਹਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਐਤਵਾਰ ਨੂੰ ਜਿਹੜਾ ਰਾਜ ਦਾ ਪ੍ਰਸਿੱਧ ਮੰਤਰੀ ਹੈ
ਜਵਾਲਾ ਪ੍ਰਸਾਦ, ਉਹਦਾ ਜਨਮ ਦਿਨ ਸ਼ਹਿਰ ਦੀ ਨਾਗਰਿਕ ਸਭਾ ਮਨਾ ਰਹੀ ਹੈ, ਤਾਂ ਇਸ ਦੇ ਵਿੱਚ ਜਵਾਲਾ ਪ੍ਰਸਾਦ ਦੇ ਗਲ ਦੇ ਵਿੱਚ ਹਾਰ ਪਾਇਆ ਜਾਊਗਾ। ਤਾਂ ਉਹ ਹਾਰ ਪਾਉਣ ਦੇ ਲਈ ਸਾਰੇ ਸਕੂਲ ਦੇ ਵਿੱਚੋਂ ਜੋਤੀ ਦੀ ਚੋਣ ਕੀਤੀ ਗਈ ਹੈ। ਤਾਂ ਇਹ ਦਿਨ ਹੈ ਜਿਹੜਾ ਉਹ ਬਹੁਤ ਹੀ ਵੱਡਾ ਦਿਨ ਲੱਗਦਾ ਹੈ ਜੁਗਲ ਪ੍ਰਸਾਦ ਨੂੰ। ਉਹਨੂੰ ਇਉਂ ਲੱਗਦਾ ਹੈ ਕਿ ਮੇਰਾ ਬੱਚਾ ਇੰਨਾ ਲਾਇਕ ਹੈ, ਸਾਰੇ ਸਕੂਲ ਦੇ ਵਿੱਚੋਂ ਮੇਰੇ ਬੱਚੇ ਦੀ ਚੋਣ ਹੋਈ ਹੈ। ਉਹ ਬੜੀ ਖੁਸ਼ੀ ਨਾਲ ਆਪਦੀ ਪਤਨੀ ਨੂੰ ਦੱਸਦਾ ਹੈ। ਤਾਂ ਉਹਦੀ ਪਤਨੀ ਵੀ ਖੁਸ਼ੀ ਦੇ ਵਿੱਚ ਕਹਿੰਦੀ ਹੈ ਕਿ ਐਡੇ ਵੱਡੇ ਮੰਤਰੀ ਦੇ ਗਲ ਦੇ ਵਿੱਚ ਹਾਰ ਪਾਊਗਾ ਮੇਰਾ ਪੁੱਤ। ਯਾਨੀ ਕਿ ਦੋਨੇ ਪਤੀ ਪਤਨੀ ਬਹੁਤ ਖੁਸ਼ ਹੈ। ਪਰ ਨਾਲ ਹੀ ਇਹਦੇ ਇੱਕ ਹੋਰ ਗੱਲ ਉਹ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਇਹਦੇ ਲਈ ਜੋਤੀ ਨੂੰ ਚਿੱਟੀ ਕਮੀਜ਼, ਨੀਕਰ, ਜਰਾਬਾਂ ਤੇ ਸੁਨਹਿਰੀ ਹਾਰ ਵੀ ਚਾਹੀਦਾ। ਹੁਣ ਘਰ ਦੇ ਵਿੱਚ ਤਾਂ ਪਹਿਲਾਂ ਹੀ ਤੰਗੀ ਹੈ, ਬਹੁਤੇ ਪੈਸੇ ਹੈ ਨਹੀਂ। ਕਿਵੇਂ ਨਾ ਕਿਵੇਂ ਕਰਕੇ ਤਾਂ ਉਹ ਆਪਣੇ ਬੱਚੇ ਨੂੰ ਪੜ੍ਹਾ ਰਹੇ ਹੈ। ਹੁਣ ਇੰਨਾ ਖਰਚਾ ਹੋਰ ਆ ਗਿਆ। ਤਾਂ ਦੇਵਕੀ ਹੈ ਜਿਹੜੀ ਜੋਤੀ ਦੀ ਮਾਂ, ਉਹ ਬਹੁਤ ਦੁਖੀ ਹੁੰਦੀ ਹੈ। ਪਰ ਜੁਗਲ ਪ੍ਰਸਾਦ ਹੈ ਜਿਹੜਾ, ਉਹ ਬਿਲਕੁਲ ਵੀ ਦੁਖੀ ਨਹੀਂ ਹੁੰਦਾ। ਉਹ ਕਹਿੰਦਾ ਮਸਾਂ ਤਾਂ ਮੌਕਾ ਮਿਲਦਾ ਬੱਚੇ ਨੂੰ ਅੱਗੇ ਵਧਣ ਦਾ। ਜੇ ਮੇਰੇ ਬੱਚੇ ਨੂੰ ਮੈਂ ਇਹ ਸਾਰੀਆਂ ਚੀਜ਼ਾਂ ਲੈ ਕੇ ਦੇ ਦਿੰਦਾ ਤਾਂ ਉਹ ਐਡੇ ਵੱਡੇ ਮੰਤਰੀ ਦੇ ਗਲ ਦੇ ਵਿੱਚ ਹਾਰ ਵੀ ਤਾਂ ਪਾਊਗਾ ਹੀ। ਤੇ ਉਹਨੂੰ ਆਪਦੀ ਪਤਨੀ ਤੇ ਵੀ ਬੜੀ ਖੇਜ ਆਉਂਦੀ ਹੈ ਕਿ ਸਾਰਾ ਦਿਨ ਬਸ ਪੈਸੇ ਹੈ ਨਹੀਂ, ਪੈਸੇ ਹੈ ਨਹੀਂ, ਇਹੀ ਦੁੱਖ ਹੈ ਜਿਹੜਾ ਉਹ ਰੋਂਦੀ ਰਹਿੰਦੀ ਹੈ। ਪਰ ਬਾਅਦ ਵਿੱਚ ਉਹ ਠਰਮੇ ਨਾਲ ਸੋਚਦਾ ਵੀ 150 ਰੁਪਇਆ ਮਹੀਨਾ ਤਾਂ ਮੈਨੂੰ ਤਨਖਾਹ ਮਿਲਦੀ ਹੈ, 5 ਬੱਚੇ ਹੈ, ਤੇ ਮੇਰੀ ਪਤਨੀ ਹੈ ਜਿਹੜੀ ਉਹ ਤਾਂ ਹਲੇ ਵੀ ਵਿਚਾਰੀ ਔਖੀ ਸੌਖੀ ਪਤਾ ਨਹੀਂ ਕਿਵੇਂ ਘਰ ਦਾ ਗੁਜ਼ਾਰਾ ਜਿਹੜਾ ਉਹ ਚਲਾਈ ਜਾਂਦੀ ਹੈ। ਪਰ ਇਹ ਸੋਚ ਹੈ ਜਿਹੜੀ ਉਹ ਵੀ ਉਸਦੇ ਹੌਸਲੇ ਨੂੰ ਪਸਤ ਨਹੀਂ ਕਰਦੀ। ਉਹ ਸੋਚਦਾ ਹੈ ਕਿ ਮੈਂ ਕਿਵੇਂ ਨਾ ਕਿਵੇਂ ਪੈਸੇ ਹੈ ਜਿਹੜੇ ਉਹ ਇਕੱਠੇ ਕਰਨੇ ਹੀ ਕਰਨੇ ਆ। ਆਪਦੇ ਪਤੀ ਦੀ ਸੋਚ ਵੇਖ ਕੇ ਦੇਵਕੀ ਹੈ ਜਿਹੜੀ ਉਹ ਸੋਚਦੀ ਹੈ ਕਿ ਮੈਂ ਆਪਣੀ ਧੀ ਦੀ ਬੁਗਨੀ ਯਾਨੀ ਕਿ ਗੁੱਲਕ ਦੇ ਵਿੱਚ ਦੇਖਾਂ, ਸ਼ਾਇਦ ਕੋਈ ਪੈਸੇ ਪਏ ਹੋਣ। ਯਾਨੀ ਕਿ ਘਰ ਦੇ ਵਿੱਚ ਕੋਈ ਪੈਸਾ ਹੀ ਨਹੀਂ, ਉਹ ਬੱਚਿਆਂ ਦੀ ਗੁੱਲਕ ਫਰੋਲ ਰਹੇ ਹੈ ਕਿ ਸ਼ਾਇਦ ਕੋਈ ਪੈਸਾ ਮਿਲ ਜੇ। ਹੁਣ ਜੁਗਲ ਪ੍ਰਸਾਦ ਹੈ ਜਿਹੜਾ ਉਹ ਆਪਣੇ ਦੋਸਤਾਂ ਤੋਂ ਪੈਸੇ ਉਧਾਰੇ ਲੈਣ ਲਈ ਤੁਰ ਪੈਂਦਾ। ਤਾਂ ਕਿਵੇਂ ਨਾ ਕਿਵੇਂ ਮਿੰਨਤਾਂ ਕਰਕੇ ਉਹਨੂੰ 3 ਰੁਪਏ ਮਿਲ ਹੀ ਜਾਂਦੇ ਆ। ਉਧਰ ਦੇਵਕੀ ਹੈ ਜਿਹੜੀ ਉਹ ਦੇਖਦੀ ਹੈ ਕਿ ਘਰ ਦੇ ਵਿੱਚ ਇੱਕ ਫਟੀ ਪੁਰਾਣੀ ਚਿੱਟੀ ਚਾਦਰ ਪਈ ਹੈ, ਤਾਂ ਸੋਚਦੀ ਹੈ ਚਲੋ ਇਹਦੇ ਤੋਂ ਮੈਂ ਬੱਚੇ ਦੀ ਸ਼ਰਟ ਤਾਂ ਸਿਉਂ ਹੀ ਦੇਵਾਂਗੀ ਗੁਆਂਢਣ ਦੀ ਮਸ਼ੀਨ ਤੇ। ਪਰ ਉਹਨੂੰ ਨਿੱਕਰ ਬਣਾਉਣੀ ਨਹੀਂ ਆਉਂਦੀ। ਹੁਣ ਨਿੱਕਰ, ਜਰਾਬਾਂ, ਇਹ ਚੀਜ਼ਾਂ ਤਾਂ ਬਾਜ਼ਾਰੋਂ ਲੈਣੀਆਂ ਹੀ ਪੈਣੀਆਂ। ਪਰ ਜੁਗਲ ਪ੍ਰਸਾਦ ਇਹਦੀ ਭੋਰਾ ਪਰਵਾਹ ਨਹੀਂ ਕਰਦਾ। ਕਹਿੰਦਾ ਕੋਈ ਗੱਲ ਨਹੀਂ, ਮੈਂ ਇਹ ਚੀਜ਼ਾਂ ਜਿਹੜੀਆਂ ਉਹ ਬੱਚੇ ਨੂੰ ਲਿਆ ਕੇ ਹੀ ਦੇਵਾਂਗਾ। ਮੇਰਾ ਬੱਚਾ ਹੈ ਜਿਹੜਾ ਉਹ ਏਡੇ ਵੱਡੇ ਮੰਤਰੀ ਦੇ ਗਲ ਦੇ ਵਿੱਚ ਹਾਰ ਪਾਊਗਾ। ਉੱਥੇ ਅਖਬਾਰ ਦੇ ਵਿੱਚ ਵੀ ਮੇਰੇ ਬੱਚੇ ਦੀ ਫੋਟੋ ਆਊਗੀ। ਕਿੰਨਾ ਮੇਰਾ ਬੱਚਾ ਹੈ ਜਿਹੜਾ ਉਹਦੀ ਵਾਹ-ਵਾਹ ਹੋਊਗੀ, ਉਹਦੇ ਕਰਕੇ ਮੇਰੀ ਵੀ ਵਾਹ-ਵਾਹ ਹੋਊਗੀ। ਤਾਂ ਉਹ ਸੋਚਦਾ ਹੈ ਕਿ ਮੈਂ ਵੀ ਉਸ ਸਭਾ ਦੇ ਵਿੱਚ ਜਿੱਥੇ ਸਮਾਗਮ ਹੋਊਗਾ ਕਿਉਂ ਨਾ ਕੋਈ ਪਾਸ ਪੂਸ ਲੈ ਲਵਾਂ ਕਿ ਮੈਂ ਵੀ ਉੱਥੇ ਜਾ ਕੇ ਸਾਰਾ ਸਮਾਗਮ ਆਪਦੀਆਂ ਅੱਖਾਂ ਨਾਲ ਦੇਖ ਸਕਾਂ। ਪਰ ਬੇਟਾ ਉਹ ਗਰੀਬ ਵਿਅਕਤੀ ਹੈ। ਉੱਥੇ ਸਭਾ ਦੇ ਵਿੱਚ ਤਾਂ ਬਹੁਤ ਵੱਡੇ ਸ਼ਹਿਰ ਦੇ ਮੰਨੇ ਪ੍ਰਮੰਨੇ ਵਿਅਕਤੀ ਹੈ ਜਿਹੜੇ ਉਹੀ ਜਾ ਸਕਦੇ ਹੈ। ਤਾਂ ਚਲੋ ਸਾਰਾ ਪਰਿਵਾਰ ਹੈ ਜਿਹੜਾ ਉਹ ਸ਼ਾਮ ਨੂੰ ਉਡੀਕ ਰਿਹਾ ਕਿ ਅੱਜ ਜੋਤੀ ਨੂੰ ਤਿਆਰ ਬਾਰ ਕਰਕੇ ਉਹਨਾਂ ਨੇ ਪਹਿਲਾਂ ਭੇਜਤਾ ਉੱਥੇ ਸਭਾ ਦੇ ਵਿੱਚ, ਤੇ ਸ਼ਾਮ ਨੂੰ ਉਹਨਾਂ ਨੂੰ ਉਡੀਕਾਂ ਕਿ ਕਿੰਨਾ ਖੁਸ਼-ਖੁਸ਼ ਜੋਤੀ ਆਊਗਾ, ਫਿਰ ਸਾਰੀ ਗੱਲਬਾਤ ਸੁਣਾਊਗਾ ਕਿ ਉੱਥੇ ਇਹ ਹੋਇਆ ਸਭਾ ਦੇ ਵਿੱਚ, ਉੱਥੇ ਇਹ ਹੋਇਆ। ਪਰ ਸ਼ਾਮ ਨੂੰ ਬੇਟਾ ਜੋਤੀ ਹੈ ਜਿਹੜਾ ਉਹਦੀ ਪ੍ਰਿੰਸੀਪਲ ਉਹਨੂੰ ਲੈ ਕੇ ਘਰੇ ਛੱਡਣ ਆ ਰਹੀ ਹੈ ਨਾਲ, ਤੇ ਜੋਤੀ ਡਿਸਕੋਰੇ ਭਰਦਾ ਯਾਨੀ ਕਿ ਰੋ ਰਿਹਾ। ਉਹਦੀ ਹਾਲਤ ਦੇਖ ਕੇ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਜਾਂਦਾ। ਤਾਂ ਪ੍ਰਿੰਸੀਪਲ ਹੈ ਜਿਹੜੀ ਉਹ ਕਾਹਲੀ ਦੇ ਵਿੱਚ ਦੱਸਦੀ ਹੈ ਕਿ ਜੋਤੀ ਹੈ ਜਿਹੜਾ ਉਹ ਜੋਤੀ ਜਵਾਲਾ ਪ੍ਰਸਾਦ ਦੇ ਗਲ ਦੇ ਵਿੱਚ ਹਾਰ ਨਹੀਂ ਪਾ ਸਕਿਆ।
ਇਹ ਮੌਕਾ ਹੈ ਜਿਹੜਾ ਉਹ ਸ਼ਹਿਰ ਦਾ ਬਹੁਤ ਅਮੀਰ ਸੇਠ ਲਖਪਤ ਰਾਏ ਉਹਦੇ ਤੋਂ ਖੋਹ ਲੈਂਦਾ। ਉਹ ਆਪਣੀ ਅਮੀਰੀ ਦੇ ਬਲ ਤੇ ਆਪਦੇ ਬੱਚੇ ਨੂੰ ਇਹ ਮੌਕਾ ਦੇ ਦਿੰਦਾ ਹੈ। ਪ੍ਰਿੰਸੀਪਲ ਕਹਿੰਦੀ ਹੈ ਕਿ ਮੈਂ ਤਾਂ ਬਹੁਤ ਕਿਹਾ ਸੀ ਸਾਡੇ ਸਕੂਲ ਦੇ ਚੇਅਰਮੈਨ ਨੂੰ ਕਿ ਇਹ ਮੌਕਾ ਜੋਤੀ ਨੂੰ ਹੀ ਮਿਲਣਾ ਚਾਹੀਦਾ ਹੈ, ਪਰ ਚੇਅਰਮੈਨ ਨੂੰ ਲਖਪਤ ਰਾਏ ਨੇ ਆਪਣੇ ਦਬਦਬੇ ਦੇ ਜ਼ੋਰ ਨਾਲ ਮਨਵਾ ਲਿਆ। ਹੁਣ ਬੇਟਾ ਵਿਚਾਰਾ ਜਿਹੜਾ ਜੁਗਲ ਪ੍ਰਸਾਦ ਹੈ ਉਹ ਇਹ ਸੁਣ ਕੇ ਬਹੁਤ ਹੀ ਪਰੇਸ਼ਾਨ ਹੋ ਜਾਂਦਾ ਹੈ, ਪਰ ਉਹ ਟੁੱਟਦਾ ਨਹੀਂ, ਉਹ ਆਪਣਾ ਹੌਸਲਾ ਨਹੀਂ ਛੱਡਦਾ। ਸਗੋਂ ਉਹ ਇਹ ਸੋਚਦਾ ਕਿ ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਸੀ, ਅੱਜ ਤਾਂ ਮੇਰਾ ਜਨਮ ਦਿਨ ਸੀ। ਮੇਰੀ ਸੁੱਤੀ ਹੋਈ ਜਿਹੜੀ ਜ਼ਰੂਰਤ ਹੈ ਉਸ ਦਾ ਜਨਮ ਦਿਨ ਸੀ। ਉਹ ਸੋਚਦਾ ਹੈ ਕਿ ਹੁਣ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਇਸ ਤਰ੍ਹਾਂ ਨਾਲ ਗਰੀਬਾਂ ਦੇ ਸੁਪਨਿਆਂ ਨੂੰ ਮਿੱਧ ਨਹੀਂ ਸਕਦਾ, ਇਸ ਤਰ੍ਹਾਂ ਨਾਲ ਗਰੀਬਾਂ ਦੇ ਜਿਹੜੇ ਭਾਵਨਾਵਾਂ ਉਹਨਾਂ ਨਾਲ ਖੇਡ ਨਹੀਂ ਸਕਦਾ। ਮੈਂ ਹੁਣ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਗਰੀਬਾਂ ਦੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਹੱਕ ਮਿਲੇ। ਕੋਈ ਵੀ ਅਮੀਰ ਵਿਅਕਤੀ ਹੈ ਜਿਹੜਾ ਜ਼ੋਰ ਜ਼ਬਰ ਨਾਲ ਇਹ ਹੱਕ ਨਾ ਖੋਹ ਸਕੇ। ਹੁਣ ਉਸ ਦੀ ਅਜਿਹੀ ਭਾਵਨਾ ਦੇਖ ਕੇ ਸਾਰਾ ਪਰਿਵਾਰ ਹੈ ਤੇ ਸਾਰੇ ਬੱਚੇ ਹੈ ਜਿਹੜੇ ਉਹ ਹੈਰਾਨ ਰਹਿ ਜਾਂਦੇ ਹੈ। ਇਹ ਤਾਂ ਕਹਾਣੀ ਸੀ ਬੇਟਾ ਜਨਮ ਦਿਨ, ਜਿਹਦੇ ਵਿੱਚ ਮੰਤਰੀ ਦਾ ਜਨਮ ਦਿਨ ਸੀ, ਪਰ ਅਖੀਰ ਤੇ ਉਹ ਜਨਮ ਦਿਨ ਹੈ ਜਿਹੜਾ ਉਹ ਜੁਗਲ ਪ੍ਰਸਾਦ ਦੀ ਸੁੱਤੀ ਹੋਈ ਅਣਖ, ਸੁੱਤੀ ਹੋਈ ਜ਼ਰੂਰਤ ਦਾ ਜਨਮ ਦਿਨ ਬਣ ਜਾਂਦਾ। ਤਾਂ ਇਸ ਕਹਾਣੀ ਦੇ ਵਿੱਚ ਬੇਟਾ ਪਿੱਛੇ ਦਾ ਅਭਿਆਸ ਦਿੱਤਾ ਹੈ। ਅਭਿਆਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਔਖੇ ਸ਼ਬਦਾਂ ਦੇ ਅਰਥ ਹੈ ਉਹ ਤੁਸੀਂ ਪੜ੍ਹ ਲੈਣੇ ਆ, ਉਸ ਦੇ ਨਾਲ ਤੁਹਾਨੂੰ ਇਹ ਕਹਾਣੀ ਚੰਗੀ ਤਰ੍ਹਾਂ ਨਾਲ ਸਮਝ ਆ ਜਾਊਗੀ। ਉਸ ਤੋਂ ਬਾਅਦ ਪਹਿਲਾ ਪ੍ਰਸ਼ਨ ਅਭਿਆਸ ਦਾ ਜਿਹੜਾ ਉਹ ਇਸ ਕਹਾਣੀ ਦਾ ਸਾਰ ਹੈ। ਉਹ ਸਾਰ ਤੁਸੀਂ ਜਿਵੇਂ ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਇਸੇ ਤਰ੍ਹਾਂ ਸਾਰੀ ਕਹਾਣੀ ਲਿਖ ਦੇਣੀ ਹੈ। ਤਾਂ ਇਹ ਕਹਾਣੀ ਹੀ ਹੈ ਜਿਹੜੀ ਉਹ ਸਾਰ ਹੋ ਗਿਆ। ਦੂਸਰਾ ਪ੍ਰਸ਼ਨ ਹੈ, ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ? ਕਿਉਂਕਿ ਜਦੋਂ ਉਹ ਦਫ਼ਤਰ ਜਾਂਦਾ ਤਾਂ ਉਹਨੂੰ ਰਸਤੇ ਦੇ ਵਿੱਚ ਸੋਹਣੇ ਕੱਪੜੇ ਵਰਦੀ ਪਾਏ ਹੋਏ ਬੱਚੇ ਮਿਲਦੇ, ਉਹਨੂੰ ਸਾਰੇ ਚਿਹਰੇ ਹੱਸਦੇ ਹੱਸਦੇ ਲੱਗਦੇ। ਉਹਨੂੰ ਇਉਂ ਲੱਗਦਾ ਕਿ ਇਹ ਬੱਚੇ ਆ ਜਿਹੜੇ ਇਹਨਾਂ ਦੀ ਸ਼ਖਸੀਅਤ ਨੂੰ ਵਧਣ ਫੁੱਲਣ ਦੇ ਨਿੱਜੀ ਸਕੂਲਾਂ ਦੇ ਵਿੱਚ ਜ਼ਿਆਦਾ ਮੌਕੇ ਮਿਲਦੇ ਆ ਤੇ ਇਹ ਬੱਚੇ ਇੱਕ ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਆ, ਕੋਈ ਗਾਲ ਵੀ ਨਹੀਂ ਕੱਢਦੇ। ਇਸ ਭਾਵਨਾ ਨੇ ਉਸ ਦੇ ਮਨ ਦੇ ਵਿੱਚ ਇੱਛਾ ਹੈ ਜਿਹੜੀ ਉਹ ਪੈਦਾ ਕਰਤੀ ਕਿ ਮੈਂ ਆਪਦੇ ਬੱਚੇ ਨੂੰ ਅੰਗਰੇਜ਼ੀ ਸਕੂਲ ਦੇ ਵਿੱਚ ਹੀ ਦਾਖਲ ਕਰਵਾਉਣਾ ਹੈ। ਅਗਲਾ ਪ੍ਰਸ਼ਨ ਹੈ ਬੇਟਾ, ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਕਿਉਂ ਦਿੱਤੀ? ਕਿਉਂਕਿ ਜੁਗਲ ਪ੍ਰਸਾਦ ਦਾ ਬੇਟਾ ਜਿਹੜਾ ਜੋਤੀ ਸੀ ਉਹਦੀ ਚੋਣ ਹੋ ਗਈ ਸੀ। ਉਸ ਨੇ ਸ਼ਹਿਰ ਦੇ ਜਿਹੜੇ ਬਹੁਤ ਵੱਡੇ ਮੰਤਰੀ ਦੇ ਗਲ ਦੇ ਵਿੱਚ ਉਸ ਦੇ ਜਨਮ ਦਿਨ ਵਾਲੇ ਦਿਨ ਹਾਰ ਪਾਉਣਾ ਸੀ। ਇਹ ਜਨਮ ਦਿਨ ਹੈ ਜਿਹੜਾ ਨਾਗਰਿਕ ਸਭਾ ਮਨਾ ਰਹੀ ਸੀ। ਅਗਲਾ ਪ੍ਰਸ਼ਨ ਹੈ ਬੇਟਾ, ਇਹ ਮੇਰਾ ਲਾਲ ਜਾਏਗਾ ਏਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ। ਜੋਤੀ ਦੀ ਮਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਤਾਂ ਬੇਟਾ ਇਹ ਜੋਤੀ ਦੀ ਮਾਂ ਦੇਵਕੀ ਹੈ ਜਿਹੜੀ ਉਹ ਬਹੁਤ ਖੁਸ਼ੀ ਦੇ ਵਿੱਚ ਸ਼ਬਦ ਬੋਲਦੀ ਹੈ, ਕਿਉਂਕਿ ਉਹਨੂੰ ਪਹਿਲਾਂ ਯਕੀਨ ਹੀ ਨਹੀਂ ਆਉਂਦਾ ਕਿ ਉਹਦਾ ਬੱਚਾ ਐਡੇ ਵੱਡੇ ਮੰਤਰੀ ਦੇ ਗਲ ਦੇ ਵਿੱਚ ਹਾਰ ਪਾਊਗਾ ਉਸਦੇ ਜਨਮ ਦਿਨ ਵਾਲੇ ਦਿਨ। ਤਾਂ ਆਪਣੇ ਆਪ ਹੀ ਉਹਦੇ ਮੂੰਹੋਂ ਇਹ ਸ਼ਬਦ ਨਿਕਲਦੇ ਆ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਦੀ ਇਸ ਕੰਮ ਲਈ ਚੋਣ ਹੋਈ ਹੈ। ਅੱਗੇ ਹੈ ਬੇਟਾ, ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਆਮਦਨ ਘੱਟ ਹੁੰਦਿਆਂ ਉਸਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਸੀ? ਹੁਣ ਜੁਗਲ ਪ੍ਰਸਾਦ ਕਈ ਵਾਰ ਤਾਂ ਆਪਣੀ ਪਤਨੀ ਦੀ ਸੋਚ ਤੇ ਖਿਝ ਜਾਂਦਾ ਸੀ ਕਿ ਮੇਰੀ ਪਤਨੀ ਹਮੇਸ਼ਾ ਪੈਸੇ ਦੀ ਥੋੜ ਬਾਰੇ ਹੀ ਗੱਲ ਕਰਦੀ ਹੈ, ਪਰ ਫਿਰ ਬਾਅਦ ਵਿੱਚ ਉਹ ਠਰਮੇ ਨਾਲ ਸੋਚਦਾ ਕਿ ਉਹਦੀ ਤਨਖਾਹ ਵੀ ਤਾਂ 150 ਰੁਪਈਆ ਹੀ ਸੀ ਤੇ ਉਹਦੇ 5 ਬੱਚੇ ਸੀ। ਇੰਨੇ ਘੱਟ ਪੈਸਿਆਂ ਦੇ ਨਾਲ ਫਿਰ ਵੀ ਜਿਵੇਂ ਤਿਵੇਂ ਕਰਕੇ ਉਹ ਘਰ ਦਾ ਗੁਜ਼ਾਰਾ ਜਿਹੜਾ ਉਹ ਤੋਰੀ ਜਾਂਦੀ ਸੀ। ਅੱਗੇ ਬੇਟਾ, ਤਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ?
ਟਕਾਲਾ ਨੂੰ ਸਾਰਾ ਟੱਬਰ ਜੋਤੀ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਸਭਾ ਵਿੱਚੋਂ ਵਾਪਸ ਆਊਗਾ। ਸਮਾਗਮ ਦੇ ਵਿੱਚ ਉਸਨੇ ਮੰਤਰੀ ਦੇ ਗਲ ਦੇ ਵਿੱਚ ਹਾਰ ਪਾਇਆ ਤੇ ਉਹਦੀ ਸਾਰੇ ਸ਼ਹਿਰ 'ਚ ਵਾਹ-ਵਾਹ ਹੋਈ ਹੋਣੀ ਹੈ, ਇਸ ਲਈ ਸਾਰੇ ਉਸ ਦੀ ਉਡੀਕ ਕਰ ਰਹੇ ਸੀ। ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕੀ ਕਹਿੰਦੀ ਹੈ? ਤਾਂ ਡਸਕੋਰੇ ਭਰ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਦੱਸਦੀ ਹੈ ਕਿ ਅਸਲ ਦੇ ਵਿੱਚ ਜੋਤੀ ਉਸ ਮੰਤਰੀ ਦੇ ਗਲ ਦੇ ਵਿੱਚ ਹਾਰ ਨਹੀਂ ਪਾ ਸਕਿਆ, ਕਿਉਂਕਿ ਇਹ ਕੰਮ ਹੈ ਜਿਹੜਾ ਉਹ ਸ਼ਹਿਰ ਦਾ ਬਹੁਤ ਅਮੀਰ ਸੇਠ ਲਖਪਤ ਰਾਏ ਆਪਦੇ ਬੱਚੇ ਨੂੰ ਸੌਂਪ ਦਿੰਦਾ ਹੈ। ਹੁਣ ਉਹਦੀ ਅਮੀਰੀ ਦਾ ਇੰਨਾ ਦਬਦਬਾ ਸੀ ਕਿ ਸਕੂਲ ਦਾ ਚੇਅਰਮੈਨ ਉਹਨੂੰ ਨਾ ਹੀ ਨਹੀਂ ਕਰ ਸਕਿਆ। ਅੱਗੇ ਬੇਟਾ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਏ। ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ? ਹੁਣ ਸੀ ਤਾਂ ਉਸ ਦਿਨ ਮੰਤਰੀ ਦਾ ਜਨਮ ਦਿਨ, ਮੰਤਰੀ ਦੇ ਗਲ ਦੇ ਵਿੱਚ ਹਾਰ ਪਾਉਣਾ ਸੀ ਜੋਤੀ ਨੇ, ਪਰ ਉਹ ਪਾ ਨਹੀਂ ਸਕਿਆ ਕਿਉਂਕਿ ਇਹ ਉਹਦਾ ਮੌਕਾ ਸੀ ਤੇ ਉਹ ਮੌਕਾ ਪੈਸੇ ਦੇ ਜ਼ੋਰ ਦੇ ਨਾਲ ਸੇਠ ਲਖਪਤ ਰਾਏ ਨੇ ਆਪਦੇ ਬੱਚੇ ਨੂੰ ਦਿਵਾਤਾ। ਹੁਣ ਜਦੋਂ ਇਸ ਗੱਲ ਦਾ ਪਤਾ ਜੁਗਲ ਪ੍ਰਸਾਦ ਨੂੰ ਲੱਗਦਾ ਹੈ ਤਾਂ ਉਹ ਪੂਰੀ ਦ੍ਰਿੜਤਾ ਦੇ ਨਾਲ ਇਹ ਸ਼ਬਦ ਬੋਲਦਾ ਹੈ ਕਿ ਅਸਲ ਦੇ ਵਿੱਚ ਉਸ ਮੰਤਰੀ ਦਾ ਜਨਮ ਦਿਨ ਨਹੀਂ, ਅੱਜ ਮੇਰੀ ਸੁੱਤੀ ਹੋਈ ਜ਼ਰੂਰਤ ਤੇ ਅਣਖ ਦਾ ਜਨਮ ਦਿਨ ਹੈ। ਕਿਉਂਕਿ ਹੁਣ ਕਦੇ ਵੀ ਕੋਈ ਵੀ ਕਿਸੇ ਗਰੀਬ ਦਾ ਬੱਚਾ ਇਸ ਤਰ੍ਹਾਂ ਨਾਲ ਆਪਣਾ ਹੱਕ ਨਹੀਂ ਗਵਾਊਗਾ, ਕੋਈ ਅਮੀਰ ਉਸਦੇ ਹੱਕਾਂ ਤੇ ਇਸ ਤਰ੍ਹਾਂ ਡਾਕਾ ਨਹੀਂ ਮਾਰ ਸਕੂਗਾ। ਮੈਂ ਇਸ ਦੇ ਲਈ ਪੂਰੇ ਯਤਨ ਕਰੂੰਗਾ ਕਿ ਜਿਸ ਦਾ ਹੱਕ ਹੈ ਉਸ ਨੂੰ ਹੀ ਉਹ ਹੱਕ ਮਿਲਣਾ ਚਾਹੀਦਾ।